हाँ जी लश्कर जी की अज सुनेहा देना चाहते हो तुसी? मैं ਇਹ ਸੁਨੇਹਾ ਦੇਣਾ ਚਾਹੁੰਦਾ ਕਿ ਜਿਹੜੀ ਅੱਜ ਦੀ ਮੌਜੂਦਾ ਦੇਸ਼ ਦੀ ਹਾਲਤ ਹੈ ਇਸ ਦਾ ਜ਼ਿੰਮੇਵਾਰ ਇਸ ਦੇਸ਼ ਦਾ ਹਾਕਮ ਔਰ ਉਹ ਸਿਸਟਮ ਹੈ, ਉਹ ਸਿਸਟਮ ਜਿਸ ਨੂੰ ਕਦੀ ਹੱਥ ਹੀ ਨਹੀਂ ਪਾਇਆ ਗਿਆ। ਉਹ ਸਮਾਜਿਕ ਸਿਸਟਮ ਹੈ ਔਰ ਉਸ ਸਮਾਜਿਕ ਸਿਸਟਮ ਨੂੰ ਬਦਲਣ ਦੀ ਕਦੀ ਕੋਸ਼ਿਸ਼ ਕੀਤੀ ਨਹੀਂ। ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਜਿਹੜੀ ਹੈ ਉਹ ਇੱਕ ਵੱਖਰਾ ਇਸ਼ੂ ਹੈ, ਉਹ ਅੰਗਰੇਜ਼ਾਂ ਨੇ ਦੇਤਾ, ਉਹਨਾਂ ਨੂੰ ਇੱਦਾਂ ਹੀ ਲੈ ਗਿਆ। किस तरह के सिस्टम की गल कर रहे हो? ਅਸੀਂ ਸੋਸ਼ਲ ਸਿਸਟਮ ਅਸੀਂ ਸਿੱਧਾ ਕਹਿੰਦੇ ਆ ਸੋਸ਼ਲ ਸਿਸਟਮ, ਸਮਾਜਿਕ ਢਾਂਚਾ। ਅੱਜ ਸਮਾਜਿਕ ਢਾਂਚਾ ਜਿਹੜਾ ਹੈਗਾ ਉਹ ਮਨੂ ਸਿਮਰਤੀ ਦੇ ਅਨੁਸਾਰ ਚੱਲ ਰਿਹਾ, ਜਿਹੜੀ ਹਜ਼ਾਰਾਂ ਸਾਲ ਪਹਿਲੇ ਲਿਖੀ ਗਈ। ਕੀ ਲੱਗਦਾ ਤੁਹਾਨੂੰ ਕੀ ਰਿਫਾਰਮਸ ਹੋਣੀ ਚਾਹੀਦੀ? ਅਸੀਂ ਮਨੂ ਸਿਮਰਤੀ ਨੂੰ ਰੱਦ ਕਰਵਾਉਣਾ ਚਾਹੁੰਦੇ ਆ। ਅਸੀਂ ਕਹਿੰਦੇ ਆ ਕਿ ਮਨੂ ਸਿਮਰਤੀ ਬੇਸਡ ਨਹੀਂ, ਸਮਤਾ ਤੇ ਬੇਸਡ ਸਮਾਜ ਹੋਣਾ ਚਾਹੀਦਾ ਜਿਨ੍ਹਾਂ ਨੂੰ। ਤੁਹਾਡਾ ਇਸ਼ਾਰਾ ਨਰਿੰਦਰ ਮੋਦੀ ਸਰਕਾਰ ਵੱਲ ਹੈ ਜਾਂ ਇਸ ਤੋਂ ਪਹਿਲਾਂ ਦੇ ਸਰਕਾਰਾਂ ਨੇ ਵੀ ਮਨੂ ਸਿਮਰਤੀ ਉਹਨਾਂ ਨੂੰ ਵੀ ਮਨੂ ਸਿਮਰਤੀ ਲਾਗੂ ਕੀਤੀ ਹੈ? ਅਰੇ ਨਰਿੰਦਰ ਮੋਦੀ ਕੀ ਕੁਝ ਕਰ ਰਿਹਾ? ਨਰਿੰਦਰ ਮੋਦੀ ਨੇ ਨਹੀਂ ਕੀਤਾ, ਇਹ ਪਹਿਲੀਆਂ ਸਰਕਾਰਾਂ ਦੀ ਕੰਟੀਨਿਊਟੀ ਹੈ। ਇਟ ਇਜ਼ ਏ ਕੰਟੀਨਿਊ ਪ੍ਰੋਸੈਸ, ਇਹ ਪੋਲੀਟੀਕਲ ਪ੍ਰੋਸੈਸ ਹੈ, ਇਹ ਪੋਲੀਟੀਕਲ ਪ੍ਰੋਸੈਸ ਦੀ ਕੰਟੀਨਿਊਟੀ ਹੈ। ਇੱਕ ਸਮੇਂ ਕੌਮੀ ਕੀਤੀ ਜਾ ਰਹੀ ਸੀਗੀ ਇੰਡਸਟਰੀ, ਅੱਜ ਪ੍ਰਾਈਵੇਟੇਸ਼ਨ ਕੀਤੀ ਜਾ ਰਹੀ ਹੈ ਇੰਡਸਟਰੀ। ਇੱਕ ਸਮੇਂ ਜਿਹੜੀਆਂ ਸੜਕਾਂ ਹੈਗੀਆਂ ਕੰਟਰੋਲ ਕੀਤੀਆਂ ਜਾ ਰਹੀਆਂ ਸੀ, ਹੁਣ ਸਾਰੀਆਂ ਜਿਹੜੀਆਂ ਹੈਗੀਆਂ ਆ ਉਹ ਵੱਡੇ ਵੱਡੇ ਪੂੰਜੀਪਤੀਆਂ ਨੂੰ ਦਿੱਤੀਆਂ ਜਾ ਰਹੀਆਂ। ਜਿੱਥੇ ਸੋਸ਼ਲ ਸਿਕਿਉਰਿਟੀ ਖਤਮ ਕਰ ਦਿੱਤੀ ਜਾਏ, ਕਿਉਂਕਿ ਉਸ ਵਕਤ ਜ਼ਰੂਰਤ ਸੀ ਵੀ ਅਸੀਂ ਦਿਖਾਵਾ ਕਰ ਦਈਏ, ਅੱਜ ਉਹ ਦਿਖਾਵੇ ਕਿਉਂਕਿ ਅੱਜ ਮਜ਼ਬੂਤ ਇੰਨੇ ਹੋ ਗਏ ਨੇ ਕਿ ਉਹ ਕੁਛ ਨਹੀਂ ਚਾਹੁੰਦੇ, ਰਗੜ ਦਿਓ। ਅੱਜ ਰਗੜ ਦਿਓ ਦੀ ਪਾਲਿਸੀ ਹੈ। ਇਹਦਾ ਤੁਸੀਂ ਬਿਜ਼ਨਸ ਪੁਆਇੰਟ ਆਫ ਵਿਊ ਦੀ ਗੱਲ ਕਰ ਰਹੇ ਹੋ, ਇੱਕ ਬੈਨੀਫਿਟ ਬਿਜ਼ਨਸ ਨਹੀਂ, ਸਾਰਾ ਸੋਸ਼ਲ ਸਿਸਟਮ ਰਗੜ ਦਿਓ। ਮਨੂ ਸਿਮਰਤੀ ਸੋਸਾਇਟੀ ਦੇ ਵਿੱਚ ਹੈ ਨੇ ਮਨੂ ਸਿਮਰਤੀ ਸੁਸਾਇਟੀ। ਦੇਖੋ ਸਮਾਜ ਜਿਹੜਾ ਆ, ਸਮਾਜ ਤੋਂ ਹੀ ਪੋਲੀਟੀਕਲ ਢਾਂਚਾ ਬਣਨਾ, ਸਮਾਜ ਦੇ ਵਿੱਚ ਹੀ ਧਾਰਮਿਕ ਢਾਂਚਾ ਬਣਦਾ। ਜੇ ਸਮਾਜ ਸਾਡਾ ਜਿਹੜਾ ਹੈਗਾ ਆ ਉਹ ਪਿਛਾ ਖਿੱਚੂ ਰੀਤੀ ਰਿਵਾਜਾਂ ਨਾਲ ਕਾਇਮ ਹੈ, ਫਿਰ ਸਾਨੂੰ ਉਹਨਾਂ ਰੀਤੀ ਰਿਵਾਜਾਂ ਨੂੰ ਬਦਲਣਾ ਪਵੇਗਾ। ਇਹ ਨਹੀਂ ਵੀ ਉਹਨਾਂ ਤੇ ਕਾਇਮ ਰਹੀਏ। ਅੰਬੇਦਕਰ ਦੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਕਿ ਸੰਵਿਧਾਨ ਦੇ ਵਿੱਚ ਜਿਹੜਾ ਸੋਸ਼ਲ ਭਾਰਤ ਦੇ ਸੰਵਿਧਾਨ 'ਚ ਦੱਸਿਆ ਗਿਆ ਸਾਡਾ ਦੇਸ਼ ਕਿਸੇ ਨੂੰ ਹੋ ਨਹੀਂ ਗਿਆ ਸੰਵਿਧਾਨ। ਦੇਖੋ ਇੱਕ ਗੱਲ ਸੁਣੋ, ਅੰਬੇਦਕਰ ਨੇ ਟੱਚ ਕਰਨ ਦੀ ਕੋਸ਼ਿਸ਼ ਕੀਤੀ। ਅੰਬੇਦਕਰ ਤੁਸੀਂ ਕਹਿ ਰਹੇ ਹੋ ਸਾਡਾ ਪਾਰਲੀਮੈਂਟ ਦੇ ਰਾਹੀਂ ਕ੍ਰਾਂਤੀ ਨਹੀਂ ਆਵੇਗੀ। ਮੈਂ ਨਹੀਂ ਮੰਨਦਾ ਕਿ ਅੰਬੇਦਕਰ ਨੇ ਮਤਲਬ ਜਿਹੜਾ ਅੰਬੇਦਕਰ ਦੀ ਉਸ ਵਕਤ ਪਾਰਲੀਮੈਂਟ ਨੂੰ ਰਾਖਵਾ ਕਰਨ ਵੀ ਦੇ ਕੇ ਗਏ ਨੇ ਵੀ ਲੋਕਾਂ ਨੂੰ ਉੱਪਰ ਚੱਕਣ ਦੇ ਲਈ ਪਾਰਲੀਮੈਂਟ ਦੇ ਰਾਹੀਂ। ਬੋਲ ਲਓ ਤੁਸੀਂ ਪਹਿਲੇ, ਉਹਦੇ 'ਚ ਕੀ ਅੰਤਰ ਸਮਝਦੇ ਮਨੂ ਸਿਮਰਤੀ ਦੇ? ਬੋਲ ਲਓ, ਪੂਰੇ ਬੋਲ ਲਓ। ਹਾਂ, ਜੋ ਅੰਬੇਦਕਰ ਨੇ ਕਿਹਾ ਉਹ ਅੰਗਰੇਜ਼ਾਂ ਦੀ ਕੰਟੀਨਿਊਟੀ ਹੈ। ਜੋ ਸੰਵਿਧਾਨ ਆਇਆ 1935 ਤੋਂ ਬਾਅਦ ਦਾ ਸੰਵਿਧਾਨ ਆਇਆ ਉਹੀ ਕੁਝ ਸੀ, ਉਹਦੇ ਅੰਦਰ ਕੋਈ ਜ਼ਿਆਦਾ ਤਬਦੀਲੀਆਂ ਨਹੀਂ ਸੀਗੀਆਂ। ਅੰਬੇਦਕਰ ਨੂੰ ਕੁਝ ਕਰਨ ਹੀ ਨਹੀਂ ਦਿੱਤਾ ਗਿਆ। ਇੱਕ ਆਦਮੀ ਕੀ ਕਰੂਗਾ? 200 ਮਤਲਬ ਜਿਹੜੀ ਹੈਗੀ ਕਿੰਨੇ ਆਦਮੀਆਂ ਦੀ, ਉਹ 296 ਆਦਮੀਆਂ ਦੀ ਕਾਂਸਟੀਚਿਊਟ ਅਸੈਂਬਲੀ ਸੀ, ਉਹਦੇ 'ਚ ਇੱਕ ਆਦਮੀ ਕੀ ਕਰੂਗਾ? ਇੱਕ ਆਦਮੀ ਕੁਝ ਨਹੀਂ ਕਰ ਸਕਦਾ। ਉਹਨੂੰ ਤਾਂ ਰਗੜ ਦਿੱਤਾ ਗਿਆ, ਉਹਨੂੰ ਤਾਂ ਬਲੀ ਦਾ ਬੱਕਰਾ ਬਣਾਇਆ। ਨਹੀਂ ਕਿਸੇ ਦੀ ਹਿੰਮਤ ਕਹਿਣ ਦੀ, ਉਹ ਬਲੀ ਦਾ ਬੱਕਰਾ ਸੀ। ਉਹਨੇ ਤਾਂ ਵਿਚਾਰੇ ਨੇ ਕਿਹਾ ਮੁੜ ਕੇ ਕਿ ਭਾਈ ਮੈਂ ਇਸ ਸੰਵਿਧਾਨ ਨੂੰ ਅੱਗ ਲਾਉਣ ਨੂੰ ਤਿਆਰ ਹਾਂ। ਆ ਜਿਹੜਾ ਜੋ ਕੁਝ ਵੀ ਹੋ ਰਿਹਾ, ਰਿਜ਼ਰਵੇਸ਼ਨ ਕੋਈ ਮਤਲਬ ਜਿਹੜੀ ਹੱਲ ਨਹੀਂ। ਕਿਉਂ ਨਹੀਂ ਫ੍ਰੀ ਐਜੂਕੇਸ਼ਨ ਕਰਦੇ? ਕਿਉਂ ਨਹੀਂ ਮਤਲਬ ਜਿਹੜੀ ਹੈਗੀ ਆ ਫ੍ਰੀ ਹੈਲਥ ਕਰਦੇ? ਕਿਉਂ ਮਤਲਬ ਜਿਹੜੀ ਹੈਗੀ ਆ ਨੌਕਰੀ ਤੋਂ ਮਤਲਬ ਜਿਹੜੀ ਹੈਗੀ ਆ ਰਾਈਟ ਟੂ ਵਰਕ ਦਿੰਦੇ? ਕਿਉਂ ਫੰਡਾਮੈਂਟਲ ਰਾਈਟ ਨਹੀਂ ਬਣਾਉਂਦੇ? ਇਹ ਢੰਗ, ਜੇ ਫੰਡਾਮੈਂਟਲ ਰਾਈਟ ਨਹੀਂ ਫਿਰ ਅਬਾਰਾ ਕਰਨ ਨੂੰ ਖੋਲ੍ਹਿਆ ਕੀ ਹੈ? ਤੁਸੀਂ ਮਨੂ ਸਿਮਰਤੀ ਦੀ ਗੱਲ ਕੀਤੀ ਹੈ। ਮਨੂ ਸਿਮਰਤੀ ਦੇ ਵਿੱਚ ਮਨੂ ਸਿਮਰਤੀ ਦੇ ਅੰਦਰ ਕੋਈ ਪੋਜ਼ਿਟਿਵ ਚੀਜ਼ ਨਹੀਂ। ਆ ਪੜ੍ਹ ਲੈਣਾ, ਇਹਨੂੰ ਪੜ੍ਹਨ ਤੋਂ ਬਾਅਦ ਮੇਰੇ ਨਾਲ ਗੱਲ ਕਰਨਾ। ਤੁਸੀਂ ਵੀਰ ਸਾਵਰਕਰ ਤੇ ਭਗਤ ਸਿੰਘ, ਮੈਂ ਵੀਰ ਸਾਵਰਕਰ ਦੇ ਨਾਲ ਕੰਪੈਰੀਜ਼ਨ ਜਿਹੜਾ ਕੀਤਾ, ਵੀਰ ਸਾਵਰਕਰ ਨੇ ਮਾਫੀਆਂ ਮੰਗੀਆਂ, ਮੈਂ ਨਹੀਂ ਉਹਨੂੰ ਕੰਸੀਡਰ ਕਰਦਾ ਵੀ ਮਾਫੀਆਂ ਮੰਗ ਕੇ ਵੀ ਉਹ ਦੇਸ਼ ਭਗਤ ਹੋਵੇ। ਦੇਸ਼ ਭਗਤ ਸੀ ਸਮਝ ਲਓ ਪਹਿਲੇ ਸਾਲਾਂ 'ਚ। ਜਦੋਂ ਭਗਤ ਸਿੰਘ ਨੇ ਮਾਫੀ ਨਹੀਂ ਮੰਗੀ, ਉਹਨਾਂ ਨੇ ਕਿਉਂ ਬਈ ਮਾਫੀ ਕਿਉਂ ਮੰਗੀ ਜਾਏ? ਅਸੀਂ ਅੰਗਰੇਜ਼ਾਂ ਦੇ ਵਿਰੁੱਧ ਲੜ ਰਹੇ ਹਾਂ, ਦੇਸ਼ ਨੂੰ ਆਜ਼ਾਦ ਕਰਾ ਰਹੇ ਹਾਂ। ਅਸੀਂ ਮਤਲਬ ਜਦੋਂ ਆਜ਼ਾਦ ਕਰਾ ਰਹੇ ਹਾਂ ਫਿਰ ਸਾਡੀ ਮਾਫੀ ਮੰਗਣ ਦਾ ਕੀ ਕੰਮ ਹੈ? ਗਦਰੀ ਬਾਬਿਆਂ ਨੇ ਮਾਫੀ ਮੰਗੀ ਸੀ ਕਿ ਮਤਲਬ ਬਾਬਾ ਗੁਰਮੁਖ ਸਿੰਘ ਨੇ ਮਾਫੀ ਮੰਗੀ ਸੀ ਕਿ ਹੋਰ ਹਜ਼ਾਰਾਂ ਜਿੰਨੇ ਵੀ ਕ੍ਰਾਂਤੀਕਾਰੀ ਸੀ। ਜਿਹੜੀ ਮੌਜੂਦਾ ਸਰਕਾਰ ਸੈਂਟਰ ਦੀ ਉਹਨੂੰ ਫੇਮ ਕਰ ਰਹੀ ਹੈ ਇਸ ਚੀਜ਼ ਨੂੰ, ਉਹ ਜਿਹੜੀ ਫਰੇਮ ਕਰ ਰਹੀ ਉਹ ਗਲਤ ਹੈ, ਕਿਉਂਕਿ ਉਹ ਹਿੰਦੂ ਤਪ ਦੀ ਇੱਕ ਫਿਲਾਸਫੀ ਹੈ। ਇੱਕ ਉਹ ਫਿਲਾਸਫੀ ਹੈ ਜਿਹੜੀ ਬ੍ਰਾਹਮਣਵਾਦ ਤੇ ਟਿਕੀ ਹੋਈ ਹੈ। ਬ੍ਰਾਹਮਣ ਹੀ ਉਸ ਦਾ ਸੰਚਾਲਕ ਹੈ। ਅੱਜ ਬ੍ਰਾਹਮਣ ਦੇ ਹੱਥ 'ਚ ਸੱਤਾ ਹੈ, ਸਾਫ਼ ਕਹਿਣਾ, ਬ੍ਰਾਹਮਣ ਦੇ ਹੱਥ 'ਚ ਸੱਤਾ ਹੈ। ਇਹ ਨਾ ਸੋਚੋ, ਔਰ ਬ੍ਰਾਹਮਣ ਹੀ ਕ੍ਰੀਏਟਰ ਹੈ ਉਹਦਾ।
ਪਰ ਪੰਜਾਬ ਸਰਕਾਰ ਵੀ ਤੁਸੀਂ ਕਹਿ ਰਹੇ ਹੋ ਬਰਮਨ ਦੇ ਓਏ ਇਹ ਤਾਂ ਇਹਨਾਂ ਨਾਲ ਵੀ ਭੈੜੀ ਹੈ ਪੰਜਾਬ ਸਰਕਾਰ। ਤੁਸੀਂ ਹੁਣ ਜਿਸ ਮੈਂ ਸਭ ਸਿੱਧੀ ਗੱਲ ਤੇ ਆਉਣਾ, ਮੋਦੀ ਸਰਕਾਰ ਰੌਲਾ ਪਾਉਂਦੀ ਹੈ, ਉਹਨਾਂ ਨੇ ਰਾਸ਼ਟਰਪਤੀ ਵੀ ਇੱਕ ਪਾਸੜੀ ਉਹ ਯਾਰ ਲੈਣ ਨਾਲ ਕੀ ਹੋਊਗਾ? ਤੁਸੀਂ ਭਾਵੇਂ ਇੱਥੇ ਸਾਰੀ ਮਿਨਿਸਟਰੀ ਬਣਾ ਦਿਓ ਸ਼ਡਿਊਲਡ ਕਾਸਟਾਂ ਦੀ, ਫਿਰ ਕੀ ਹੋ ਜਾਊਗਾ? ਨਹੀਂ ਪਰ ਲਸ਼ਕਰ ਜੀ ਸਾਰੀ ਮਿਨਿਸਟਰੀ ਸ਼ਡਿਊਲਡ ਕਾਸਟਾਂ ਦੀ ਬਣਾ ਦਿਓ, ਫਿਰ ਵੀ ਕੁਝ ਨਹੀਂ ਹੋਊਗਾ। ਚੀਫ ਮਿਨਿਸਟਰ ਉਹ ਸੀਗੀ ਨਾ ਮਾਇਆਵਤੀ, ਕੀ ਕੀਤੀ, ਕਿਹੜੀ ਤਬਦੀਲੀ ਕੀਤੀ ਉਹਨੇ? ਕਿਹੜੀ ਤਬਦੀਲੀ ਲਿਆ ਸਕਦੀ ਆ ਉਹ? ਇਸ ਪਾਰਲੀਮਾਨੀ ਫਾਰਮ ਦੇ ਅੰਦਰ ਤਬਦੀਲੀ ਸਾਰੇ ਐਮਪੀ ਨਾਲ ਮਿਲਾ ਕੇ, ਰਾਜ ਸਭਾ ਨੂੰ ਮਿਲਾ ਕੇ ਸਾਰਿਆਂ ਨੂੰ ਫਿਰ ਹੋਣੀ ਹੈ। ਫਿਰ ਉਹ ਕਰੂਗਾ ਕੋਈ ਨਹੀਂ ਕਰੂਗਾ। ਤੁਸੀਂ ਘੱਟ ਸ਼ਬਦਾਂ 'ਚ ਦੱਸੋ ਕਿ ਰਿਫਾਰਮਸ ਕਿਹੋ ਜਿਹੀਆਂ ਚਾਹੁੰਦੇ ਹੋ? ਅਸੀਂ ਰਿਫਾਰਮਸ ਨਹੀਂ ਚਾਹੁੰਦੇ, ਕ੍ਰਾਂਤੀ ਚਾਹੁੰਦੇ ਆ। ਨੋ ਰਿਫਾਰਮ, ਤਰ੍ਹਾਂ ਦੀ? ਨੋ ਰਿਫਾਰਮ ਐਟ ਆਲ। ਸੋਸ਼ਲ ਰੈਵੋਲੂਸ਼ਨ ਕੀ ਹੋਣਾ ਚਾਹੀਦਾ ਉਹਦੇ ਵਿੱਚ? ਕਿਹੜੇ ਪੁਆਇੰਟ ਦਾ? ਉਹਦੇ ਲਈ ਚ ਲੋਕਾਂ ਦੇ ਹੱਥ ਵਿੱਚ ਸੱਤਾ ਜਾਣੀ ਚਾਹੀਦੀ ਹੈ। ਲੋਕ ਹੀ ਉਸ ਦੇ ਮਾਲਕ ਹੋਣ, ਆ ਜ਼ਮੀਨ ਦੇ ਮਾਲਕ ਲੋਕ ਹੋਣ। ਕਿਉਂ ਹੋਣ? ਕਿਉਂ ਇੱਕ ਜ਼ਮੀਨ ਦਾ ਮਾਲਕ ਇੱਕ ਆਦਮੀ ਹੋਵੇ? ਕਿਉਂ ਹੋਵੇ? ਉਹ ਸਮਾਜ ਦੀ ਪੂਰੇ ਦੀ ਜ਼ਮੀਨ ਹੋਣੀ ਚਾਹੀਦੀ ਹੈ। ਪੋਲਿਟਿਕਸ ਖਤਮ ਕ੍ਰਾਂਤੀ ਕਰਨ ਦੀ ਗੱਲ ਲਿਆਉਣ ਦੇ ਲਈ ਹੈਂ? ਤੁਸੀਂ ਕ੍ਰਾਂਤੀ ਲਿਆਉਣ ਦੇ ਲਈ ਕਿਹੜਾ ਰਾਹ ਅਪਣਾਉਣ ਦੀ ਗੱਲ ਕਰਦੇ ਹੋ? ਅਸੀਂ ਅਜੇ ਤੱਕ ਤਾਂ ਡੈਮੋਕ੍ਰੈਟਿਕ ਹੀ ਹੈਗੇ ਆ, ਫਿਰ ਜਦੋਂ ਦੇਖਾਂਗੇ। ਤੁਸੀਂ ਪੋਲਿਟਿਕਸ ਖਤਮ ਕਰਨ ਦੀ ਗੱਲ ਕਰ ਰਹੇ ਹੋ ਕਿ ਸਿਆਸਤ ਖਤਮ ਹੋ ਜਾਏ ਬਿਲਕੁਲ। ਸਿਆਸਤ ਸਮਾਜ ਲਈ, ਲੋਕਾਂ ਲਈ ਹੁੰਦੀ ਆ। ਸਿਆਸਤ ਕੁਝ ਮਤਲਬ ਜਿਹੜੀ ਹੈਗੀ ਹੈ ਥੋੜੇ ਜਿਹੇ ਲੋਕਾਂ ਲਈ ਨਹੀਂ ਹੁੰਦੀ। ਇਹ ਤਾਂ ਸਿਆਸਤ ਥੋੜੇ ਜਿਹੇ ਲੋਕਾਂ, ਇਹ ਤਾਂ ਪੂੰਜੀਪਤੀਆਂ ਲਈ ਸਿਆਸਤ ਹੈ। ਫਿਰ ਸੋਸ਼ਲ ਰਿਫਾਰਮ ਕਿੱਦਾਂ ਆਏਗਾ? ਕਿੱਦਾਂ ਰੈਵੋਲੂਸ਼ਨ? ਸੋਸ਼ਲ ਰਿਫਾਰਮ ਨਹੀਂ, ਸੋਸ਼ਲ ਰੈਵੋਲੂਸ਼ਨ ਕਿੱਦਾਂ? ਸੋਸ਼ਲ ਰੈਵੋਲੂਸ਼ਨ ਤਾਂ ਲੋਕਾਂ ਨੂੰ ਜਥੇਬੰਦ ਕਰਕੇ ਹੀ ਆਉਂਦਾ, ਜੋ ਲੋਕਾਂ ਨੂੰ ਸੰਗਠਿਤ ਕਰਕੇ ਹੀ ਹੁੰਦਾ। ਇਹ ਸੰਗਠਿਤ ਕਰਨ ਦਾ ਪ੍ਰੋਸੈਸ ਹੈ। ਇਟ ਇਜ਼ ਅ ਸਮਾਜ ਦੇ। ਮੈਂ ਪ੍ਰੈਕਟੀਕਲੀ ਦੇਖੋ, ਇੱਕ ਤਾਂ ਤਿਆਰੀ ਦਾ ਯੁੱਗ ਹੁੰਦਾ, ਇਹ ਤਿਆਰੀ ਦਾ ਯੁੱਗ ਹੈ, ਇਹ ਤਿਆਰੀ ਦਾ ਸਮਾਂ ਹੈ। ਜੇ ਤਿਆਰੀ ਨਹੀਂ ਕਰਨੀ ਫਿਰ ਕੁਝ ਵੀ ਨਹੀਂ ਹੋਊਗਾ। 75 ਸਾਲ ਤੋਂ ਤਾਂ ਅਸੀਂ ਸੋਚੀ ਜਾ ਰਹੇ ਹੈਗੇ, 75 ਸਾਲ ਤੋਂ ਅਸੀਂ ਕੁਝ ਨਹੀਂ ਕੀਤਾ। ਇਸ ਦਾ ਮਤਲਬ ਮਤਲਬ ਕਰਨਾ ਹੋਵੇ ਕਿੱਥੋਂ ਸਟਾਰਟ ਕਰੀਏ? ਜ਼ੀਰੋ ਤੁਹਾਡੇ ਵੱਲੋਂ ਕੀ? ਜ਼ੀਰੋ ਤੋਂ ਜ਼ੀਰੋ ਤੋਂ ਹੀ ਹੋ ਰਿਹਾ ਹੈ, ਜ਼ੀਰੋ ਤੋਂ ਹੀ ਹੋ ਰਿਹਾ ਹੈ। ਪਰ ਕੰਮ ਕੀ ਕਰਨਾ? ਕੰਮ ਕੀ ਕਰੀਏ? ਇਹ ਕੰਮ ਇਹ ਦੇਖੋ, ਇਹ ਜਿਹੜੀ ਹੈ ਨਾ, ਮੈਂ ਤੁਸੀਂ ਅਜੇ ਕਿਉਂਕਿ ਮੇਰੀ ਦੂਸਰੀ ਕਾਨਫਰੰਸ ਹੈ, ਇਹਨੂੰ 10 ਪੁਆਇੰਟ ਨੂੰ ਪੜ੍ਹ ਲਓ ਪਹਿਲੇ। ਸਰ ਉਹ ਲਿਖੇ ਹੋਏ ਆ ਪਰ ਸਾਹਮਣੇ ਪੜ੍ਹ ਲਓ ਨਾ ਤੁਸੀਂ, ਇਹ ਵੀ ਲੈ ਲਓ। ਇਹਦੇ ਅੰਦਰ ਇਹ ਵੀ ਲਿਖਿਆ, ਜੋ ਕੁਝ ਵੀ ਉੱਪਰ ਲਿਖਿਆ, ਔਰ ਉਹਨੂੰ ਅਸੀਂ ਡਿਸਕ੍ਰਾਈਬ ਕੀਤਾ। ਇਹਦੇ ਲਈ ਜਥੇਬੰਦਕ ਢਾਂਚੇ ਦੀ ਜ਼ਰੂਰਤ ਹੈ। ਜਥੇਬੰਦਕ ਢਾਂਚਾ ਜਦੋਂ ਅਸੀਂ ਤਿਆਰ ਕਰਦੇ ਹਾਂ, ਅਸੀਂ ਕੋਆਰਡੀਨੇਸ਼ਨ ਸੈਂਟਰ ਬਣਾਇਆ ਹੈਗਾ ਤਾਂ ਜੋ ਕਿ ਸਾਰੇ ਦੇਸ਼ ਨੂੰ ਕੋਆਰਡੀਨੇਟ ਕੀਤਾ ਜਾਵੇ। ਕੋਆਰਡੀਨੇਟ ਕਰਕੇ ਇੱਕ ਨਵੀਂ ਆਰਗੇਨਾਈਜੇਸ਼ਨ ਬਣੂਗੀ, ਉਹ ਸਮਾਂ ਆਊਗਾ। ਪਹਿਲੇ ਤਾਂ ਸੰਗਠਿਤ ਹੋਣ ਦੀ ਗੱਲ ਹੈ, ਪਹਿਲੇ ਤਾਂ ਸੰਗਠਿਤ ਹੋਣ ਦੀ ਗੱਲ। ਆਈ ਐਮ ਨਾਟ ਟਾਕਿੰਗ ਆਫ ਆਰਗੇਨਾਈਜੇਸ਼ਨ। ਕਿੰਨੇ ਲੋਕ ਸੰਗਠਿਤ? ਮੈਂ ਤਾਂ, ਮੇਰੀ ਤਾਂ ਸਾਰੀ ਉਮਰ ਹੀ ਲੰਘ ਗਈ ਮੈਂ ਉਹਨਾਂ ਚੋਂ। ਕਿੰਨਾ ਆਈਡੀਆ ਤਾਂ ਹੁੰਦਾ ਲੱਖ? ਜੇ ਕੋਈ ਗੱਲ ਸੁਣੋ, ਇਸ ਤਰ੍ਹਾਂ ਨਹੀਂ ਹੁੰਦਾ। ਇਹਦੀ ਸਟਰੈਂਥ ਇਦਾਂ ਨਹੀਂ ਮੰਨੀ ਜਾਂਦੀ। 10 ਆਦਮੀ ਵੀ ਮਤਲਬ ਜਿਹੜਾ ਸ਼ੁਰੂ ਕਰਦੇ ਨੇ, ਔਰ ਉਹ ਮਤਲਬ ਜਿਹੜੀ ਹੈਗੀ ਅੱਗੇ ਤੱਕ ਲੈ ਕੇ ਜਾਂਦੇ ਨੇ। ਕ੍ਰਾਂਤੀਆਂ ਜਿਹੜੀਆਂ ਹੈਗੀਆਂ ਉਹ ਜ਼ੀਰੋ ਤੋਂ ਸ਼ੁਰੂ ਕਰਕੇ ਅੱਗੇ ਤੱਕ। ਜਦੋਂ ਇਲੈਕਸ਼ਨ ਹੁੰਦੇ ਆਪਾਂ ਲਿਸਟਾਂ ਬਣਾਉਂਦੇ ਹੈਗੇ ਆ, ਇੰਨਾ ਐਸਸੀ ਵੋਟ ਹੈ, ਇੰਨੀ ਸਰਦਾਰ ਵੋਟ ਹੈ। ਇਹ ਸਾਰਾ ਜਿਹੜਾ ਹੈਗਾ ਇਹਨਾਂ ਦਾ ਢਾਂਚਾ, ਮੇਰਾ ਨਹੀਂ। ਇਹ ਮੇਰਾ ਨਹੀਂ ਹੈਗਾ, ਮੇਰੀ ਸੋਚਣ ਦਾ ਇਹ ਢੰਗ ਨਹੀਂ ਹੈਗਾ, ਨਾ ਕੰਮ ਕਰਨ ਦਾ ਢੰਗ ਹੈ। ਜਦੋਂ ਤੱਕ ਇਹਨਾਂ ਨੇ ਸੋਚਿਆ, ਜਦੋਂ ਤੱਕ ਅਸੀਂ ਇਹਨਾਂ ਦੀਆਂ ਗੱਲਾਂ ਮੰਨੀਆਂ, ਉਹ ਮੰਨ ਲਈਆਂ। ਹੁਣ ਨਹੀਂ। ਹੁਣ ਤਾਂ ਅਸੀਂ ਉਹ ਕੰਮ ਕਰਾਂਗੇ ਜਿਹੜਾ ਸਾਨੂੰ ਚਾਹੀਦਾ, ਜਿਹੜਾ ਨਾਨਕ ਨੇ ਕੀਤਾ, ਜਿਹੜਾ ਬੁੱਧ ਨੇ ਕੀਤਾ, ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਨੇ ਕੀਤਾ, ਉਹੀ ਅਸੀਂ ਕਰਾਂਗੇ। ਕੀ ਲੱਗਦਾ ਆਮ ਲੋਕ ਸਮਝਣਗੇ ਇਸ ਚੀਜ਼ ਨੂੰ? ਉਹ ਸਮਝਾਉਣ, ਇੱਕ ਗੱਲ ਸੁਣੋ, ਕਦੀ ਲੋਕਾਂ ਨੇ ਸਮਝਣ ਤੋਂ ਇਨਕਾਰ ਕੀਤਾ? ਜੇ ਉਹਨਾਂ ਨੂੰ ਸਮਝਾਉਣ ਵਾਲੇ ਹੋਣਗੇ ਉਹਨਾਂ ਦੇ ਪਾਸ, ਉਹਨਾਂ ਨੇ ਨਹੀਂ ਕਦੀ ਇਨਕਾਰ ਕੀਤਾ। ਉਹਨਾਂ ਨੂੰ ਗੁੰਮਰਾਹ ਕਰਨ ਵਾਲੇ ਜੋ ਬੈਠੇ ਨੇ ਇੱਥੇ, ਗੁੰਮਰਾਹ ਕਰਨ ਵਾਲੇ ਵੱਧ ਨੇ, ਉਹਨਾਂ ਨੂੰ ਆਰਗੇਨਾਈਜ਼ ਕਰਨ ਵਾਲੇ ਤਾਂ ਘੱਟ ਨੇ। ਇਹਦਾ ਫਾਇਦਾ ਕੀ ਮਿਲੇਗਾ ਆਮ ਲੋਕ? ਆਮ ਲੋਕਾਂ ਨੂੰ ਫਾਇਦਾ ਨਹੀਂ ਹੁੰਦਾ। ਪਹਿਲੇ ਫਾਇਦਾ ਬਾਅਦ ਵਿੱਚ ਟੀਚੇ ਤੇ ਪਹੁੰਚਣ ਨਾਲ ਹੁੰਦਾ। ਇੱਕ ਨੂੰ ਫਾਇਦਾ ਇੱਕ ਗੱਲ ਸੁਣੋ, ਆਜ਼ਾਦੀ ਲਈ ਲੜ ਰਹੇ ਸੀ ਅਸੀਂ। ਸੋਚੇਗਾ ਜੀ, ਅਸੀਂ ਆਜ਼ਾਦੀ ਲਈ ਲੜੇ ਹਾਂ। ਆਜ਼ਾਦੀ ਲਈ ਕੁਝ ਫਾਇਦੇ ਹੋਏ ਨਾ, ਲੇਕਿਨ ਸਾਰਿਆਂ ਨੂੰ ਨਹੀਂ ਹੋਏ। ਲੇਕਿਨ ਲੜੇ ਤਾਂ ਸਾਰਿਆਂ ਦੇ ਫਾਇਦੇ ਲਈ ਸੀ। ਉਹਨਾਂ ਨੇ ਭਗਤ ਸਿੰਘ ਹੋਣੀ, ਇਹਨਾਂ ਨੇ ਜਿਨ੍ਹਾਂ ਨੇ ਵੀ ਲੜਾਈ ਲੜੇ, ਗਦਰੀ ਬਾਬੇ ਲੜੇ, ਦੂਸਰੇ ਲੜੇ, ਉਹ ਆਪਣੇ ਲਈ ਥੋੜ੍ਹਾ ਲੜੇ ਹੈ, ਉਹ ਲੋਕਾਂ ਲਈ ਲੜੇ ਨੇ, ਉਹਨਾਂ ਦੇ ਫਾਇਦੇ ਲਈ ਲੜੇ। ਉਹ ਨਹੀਂ ਕੀਤਾ ਇੰਪਲੀਮੈਂਟ, ਕਿਉਂਕਿ ਜਿਹੜੀ ਸੱਤਾ ਹੈ ਉਹ ਉਹਨਾਂ ਦੇ ਹੱਥ 'ਚ ਨਹੀਂ ਆਈ, ਉਹਨਾਂ ਨੂੰ ਨਹੀਂ ਦਿੱਤੀ ਗਈ। ਅੱਜ ਵੀ ਨਹੀਂ ਹੈ, ਅੱਜ ਵੀ 75 ਸਾਲ ਤੋਂ ਸੱਤਾ ਉਹਨਾਂ ਦੇ ਹੱਥ 'ਚ ਹੈ। ਜਿਹੜੇ 1947 ਤੋਂ ਪਹਿਲੇ ਚਾਹੁੰਦੇ ਸੀ, ਅੱਜ ਵੀ ਰਾਜੇ ਉੱਦਾਂ ਦੇ ਨਹੀਂ। ਅੱਜ ਵੀ ਬੜੇ ਪੂੰਜੀਪਤੀ ਉੱਥੇ ਖੜੇ ਨੇ। ਅੱਜ ਵੀ ਗਰੀਬ ਜਨਤਾ ਪਿਸ ਰਹੀ ਹੈ, ਮਰ ਰਹੀ ਹੈ ਬੇਰੁਜ਼ਗਾਰੀ ਨਾਲ, ਮਹਿੰਗਾਈ ਨਾਲ। ਕਿਹੜੀ ਚੀਜ਼ ਹੈ ਜਿਹੜੀ ਨਹੀਂ ਵੱਧ ਰਹੀ? एक साथ जुड़ना चाहते
जो देश की इस वक्त हालत हो रही है, देश बिगड़ जा रहा है। हम चाहते हैं देश इकट्ठे रहे, एकता बने, कश्मीर से लेके कन्याकुमारी तक हमें देश को बचाने के लिए करना, क्योंकि हमें कुछ पॉलिटिक्स लोगों के लिए नहीं करना, कुछ खरीदे हुए आदमी के लिए नहीं करना, हमें पूरी जनता के लिए, गरीब आवाम के लिए करना। बड़ा आदमी तो कोई वोट डालने जाएगा नहीं, जो भी जाता है वो गरीबी बेचारा पीसा जाता है। हर एक जगह जो दंगा फसाद है उसमें भी गरीब को ही इन्वॉल्व किया जाता है, उसमें भी कोई अमीर नहीं जाता। ये चीज़ हम चाहते हैं ये ना हो, हमारे देश में एकता थी, एकता रहना चाहिए। थैंक यू। मेरा नाम प्रसादी पासवान है, मैं गुजरात से आया हूँ और मान्यवर सरदार लश्कर सिंह जी के साथ जुड़ा हुआ हूँ। सरदार लश्कर सिंह जी 83 इयर्स के हो चुके हैं और जिस मूवमेंट को ये चलाने की कोशिश कर रहे हैं वह सर्वहित में है। इन्होंने बहुत बड़ी पॉइंट आप लोगों के सामने रखा है कि भारतवर्ष में अस्थिरता क्यों बनी हुई है। सामाजिक क्रांति का जो शब्द इन्होंने कहा है वो क्रांति क्यों नहीं आ रही है। भारतवर्ष में विषमता बहुत है। विषमता का कारण क्या है, आपसी मतभेद का कारण क्या है। अगर आप इसके ऐतिहासिक पन्ने को पलट करके देखेंगे तो आपको लगेगा कि डिवाइड एंड रूल की जो पॉलिसी चली आ रही है वह आपके समाज को तोड़ा है। और कैसे तोड़ा है, हमारे मानव समाज में एक जाति के आधार पर यह समाज आइडेंटिफाइड है नारी और नर के हिसाब से, लेकिन कुछ जिसे हम कहते हैं बुद्धिमान लोग, जो सर्टेन ग्रुप पढ़ लिख गए थे, उन्होंने अपने मतलब के लिए जातियों में बांटा इस मानव समाज को। उनको अपनी फैसिलिटी के लिए कर्म के आधार पर वर्ण व्यवस्था का निर्माण किया उन्होंने, और वर्ण व्यवस्था में भी उन्होंने खंडित किया जातियों के आधार पर। लेकिन आज जो परिस्थिति बनी हुई है कि प्राकृतिक जो साधन है जिस पर हर एक का अधिकार है, जिसकी चर्चा लश्कर सिंह जी ने किया है कि यहाँ प्रकृति ने आपको ज़मीन दी है, जल दिया है, वन दिया है, वहाँ किस एक व्यक्ति का अधिकार अगर हो जाता है तो समाज का कल्याण कहाँ से होगा। इसलिए हर संसाधन के ऊपर एक नेशनल मूवमेंट होना चाहिए, उसके ऊपर नेशनलाइज फॉर्म में सबको बेनिफिट मिलना चाहिए। मेरे ख्याल से कोई भी विश्व में अगर क्रांति आई है तो क्रांति आई है आपको किसी अभाव से आई है, चाहे वो रशिया का हो, यूरोप में हुआ है, आपका अभी रिसेंटली जो क्रांति अफ़गानिस्तान में हुआ है, आप क्रांति बांग्लादेश में हुआ है, उसका एक ही कारण है अभाव। अभाव क्या है, इक्वल डिस्ट्रीब्यूशन ऑफ सिस्टम जो है, संसाधन है, वो नहीं हो पाया। उसको करना बहुत ज़रूरी है। अगर जब तक हर एक आदमी को ये सुविधा उपलब्ध नहीं होगा सामान्य रूप से, तब तक आपके यहाँ वैरमनस्य, घृणा, द्वेष ये सब रहेगा। प्रेम की भाव केवल किताबों तक है। आपके किताब में जो लिखा हुआ है कि प्रेम से सब बनता है, लेकिन प्रेम की उत्पत्ति कहाँ से होगी। पेट खाली यदि रहेगा तो आपकी बात कोई सुनेगा नहीं। इसलिए साधन का डिस्ट्रीब्यूशन प्रॉपर होना चाहिए।